ਇਕ ਓੰਕਾਰ ਸਤਿਗੁਰ ਪ੍ਰਸਾਦ। ਅਤ ਸ੍ਰੀ ਗੁਰੂ ਨਾਨਕ ਪ੍ਰਕਾਸ਼ਿਤ ਕਿਆਤੀ। ਪਰਮ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਵਾਜੀ, ਗੁਰੂ ਪਿਆਰੀ, ਗੁਰੂ ਸਵਾਰੀ, ਗੁਰੂ ਖਾਲਸਾ ਸਾਧ ਸੰਗਤ ਜੀ, ਪਤਿਤ ਪਾਵਨ ਭਗਤ ਵਛਲ ਕਿਰਪਾ ਦੇ ਖਜ਼ਾਨੇ ਸਤਿਗੁਰੂ, ਜੁਗਹੁ ਜੁਗ ਅਟਲ ਗੁਰਤਾ ਗੱਦੀ ਤੇ ਸ਼ੁਭਾਇਮਾਨ। ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ, ਬਾਣੀ ਗੁਰੂ, ਸ਼ਬਦ ਗੁਰੂ, ਰਾਜਾਨ ਰਾਜ, ਭਾਨਾਨ ਭਾਨ, ਦੇਵਾਨ ਦੇਵ, ਉਪਮਾ ਮਹਾਨ ਸ਼ਹਿਨਸ਼ਾਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਤਿਗੁਰੂ ਨੇ ਆ ਸਾਡੇ ਕਲਯੁਗੀ ਜੀਵਨ ਦੇ ਉੱਤੇ ਤਰਸ ਕਰਕੇ ਸਾਨੂੰ ਆਪਣੇ ਪਵਿੱਤਰ ਚਰਨਾਂ ਕਮਲਾਂ ਵਿੱਚ ਸਾਨੂੰ ਪਾਪੀਆਂ ਨੂੰ ਬੈਠਣ ਦਾ ਮੌਕਾ ਬਖਸ਼ਿਸ਼ ਕੀਤਾ ਹੈ। ਹਮ ਮੈਲੇ ਤੁਮ ਉਜਲ ਕਰਤੇ, ਹਮ ਨਿਰਗੁਣ ਤੂੰ ਦਾਤਾ, ਹਮ ਮੂਰਖ ਤੁਮ ਚਤੁਰ ਸਿਆਣੇ, ਤੂੰ ਸਰਬ ਕਲਾ ਕਾ ਗਿਆਤਾ। ਸਤਿਗੁਰੂ ਜੀ ਜਿਹੜੇ ਹਰ ਤਰ੍ਹਾਂ ਕਰਕੇ ਸਮਰੱਥਾਵਾਨ ਹਨ, ਸਰਬ ਸ਼ਕਤੀਆਂ ਜਿਨ੍ਹਾਂ ਦੇ ਵਸ ਦੇ ਵਿੱਚ ਹਨ, ਤਮਾਮ ਖੰਡਾਂ ਬ੍ਰਹਿਮੰਡਾਂ ਦੇ ਲੋਕ ਪਰਲੋਕ ਦੇ ਜੀਵ ਜੰਤੂ, ਦੇਵੀ ਦੇਵਤੇ, ਮਨੁੱਖ, ਪਸ਼ੂ ਪੰਛੀ ਇਤਿਆਦਿਕ, ਜਲ ਵਿੱਚ ਵਸਣ ਵਾਲੀਆਂ ਜੂਨੀਆਂ, ਥਲ ਵਿੱਚ ਵਸਣ ਵਾਲੀਆਂ ਜੂਨੀਆਂ, ਪਾਤਾਲ ਦੇ ਵਿੱਚ ਖੱਡਾਂ ਵਿੱਚ ਰਹਿਣ ਵਾਲੇ ਜਾਨਵਰ, ਇਸੇ ਤਰ੍ਹਾਂ ਆਕਾਸ਼ਚਾਰੀ, ਭਾਵ ਕਿ ਚਾਰੇ ਪ੍ਰਕਾਰ ਦੀਆਂ ਜਿਹੜੀਆਂ ਖਾਣੀਆਂ ਹਨ, ਅੰਡਜ, ਜੇਰਜ, ਸੇਤਜ ਤੇ ਉਤਪੁਜ। ਅੰਡਿਆਂ ਤੋਂ ਪੈਦਾ ਹੋਣ ਵਾਲੇ ਜੀਵ ਅੰਡਜ, ਜੇਰਜ ਜਿਨ੍ਹਾਂ ਦਾ ਮਾਤਾ ਦੇ ਉਦਰ ਤੋਂ ਪੇਟ ਤੋਂ ਜਨਮ ਹੁੰਦਾ, ਜੇਰ ਰਾਹੀਂ ਪੈਦਾ ਹੁੰਦੇ ਆ। ਇਸੇ ਤਰ੍ਹਾਂ ਉਤਪੁਜ ਜਿਨ੍ਹਾਂ ਦੀ ਉਤਪਤੀ ਭੂਮੀ ਤੋਂ ਹੁੰਦੀ ਹੈ, ਭੂਮੀ ਦੇ ਵਿੱਚੋਂ ਜਨਮ ਲੈਣ ਦਾ ਜਨਮ ਹੁੰਦਾ। ਔਰ ਇਸੇ ਪ੍ਰਕਾਰ ਸੇਤਜ ਜਿਹੜੇ ਪਸੀਨੇ ਆਦਿਕ ਦੇ ਵਿੱਚੋਂ, ਗਰਮੈਸ਼ ਦੇ ਵਿੱਚੋਂ ਜਿਹੜੇ ਜੀਵ ਪੈਦਾ ਹੁੰਦੇ ਆ। ਸਾਰਿਆਂ ਦੇ ਵਿੱਚ ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਕਲਾ ਵਰਤ ਰਹੀ ਹੈ, ਉਹਦੀ ਜੋਤ ਵਰਤ ਰਹੀ ਹੈ। ਉਹਦੀ ਜੋਤ ਦਾ ਸਦਕਾ ਸਭ ਪ੍ਰਕਾਸ਼ਮਾਨ ਹੋ ਰਹੇ ਹਨ, ਸਭ ਦਿਖਾਈ ਦੇ ਰਹੇ ਹਨ, ਸਭ ਦੀ ਆਪਣੀ ਆਪਣੀ ਹੋਂਦ ਹੈ। ਐਸੇ ਅਕਾਲ ਪੁਰਖ ਵਾਹਿਗੁਰੂ ਜੀ ਦੀ ਮਹਾਨ ਜੋਤ ਨੂੰ ਲੈ ਕੇ ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਪਾਰ ਬ੍ਰਹਮ ਪਰਮੇਸ਼ਰ ਦਾ ਸਰਗੁਣ ਸਰੂਪ ਧਾਰਨ ਕਰਕੇ ਇਸ ਦੁਨੀਆ ਦੇ ਉੱਤੇ ਆਏ ਹਨ। ਔਰ ਉਹਨਾਂ ਸਤਿਗੁਰਾਂ ਨੇ ਜਿਹੜਾ ਇਹ ਸਿੱਖ ਮਾਰਗ ਚਲਾਇਆ ਹੈ, ਸਿੱਖ ਪੰਥ ਚਲਾਇਆ ਹੈ, ਬਹੁਤ ਵੱਡਿਆਂ ਭਾਗਾਂ ਦਾ ਸਦਕਾ ਸਾਨੂੰ ਪੰਜਾਬ ਵਸਦਾ ਗੁਰਾਂ ਦੇ ਨਾਂ ਦੇ ਉੱਤੇ, ਇਸ ਧਰਤੀ ਦੇ ਉੱਤੇ ਪੈਦਾ ਹੋਣ ਦਾ ਸੁਭਾਗ ਮਿਲਿਆ। ਇਸ ਤੋਂ ਵੱਡੀ ਕਿਰਪਾ ਸਤਿਗੁਰੂ ਨੇ ਹੋਰ ਕੀਤੀ ਹੈ। ਸਾਡੇ ਨਾਮ ਦੇ ਨਾਲ ਬਚਪਨ ਤੋਂ ਹੀ ਸਿੰਘ ਜਾਂ ਕੌਰ ਲੱਗ ਜਾਂਦਾ ਹੈ, ਭਾਵ ਅਸੀਂ ਸਿੱਖਾਂ ਦੇ ਘਰ ਵਿੱਚ ਜਨਮ ਲਿਆ ਹੈ। ਪਿਤਾ ਪੁਰਖੀ ਵਿਰਾਸਤ ਦੇ ਵਿੱਚੋਂ ਹੀ ਸਾਨੂੰ ਸਿੱਖੀ ਦੇ ਗੁਣ ਸਹਿਜੇ ਪ੍ਰਾਪਤ ਹੁੰਦੇ ਹਨ। ਉਸ ਤੋਂ ਬਾਅਦ ਸਤਿਗੁਰੂ ਨੇ ਕਿਰਪਾ ਕੀਤੀ ਹੈ ਆਪਣੇ ਦਰ ਦੇ ਉੱਤੇ ਆਉਣ ਦਾ। ਇਹ ਚੰਗਾ ਸਮਾਂ, ਭਾਗਾਂ ਵਾਲਾ ਸਮਾਂ ਸਾਡੇ ਨਸੀਬਾਂ ਦੇ ਵਿੱਚ ਲਿਖ ਦਿੱਤਾ ਹੈ। ਗੁਰੂ ਦੀ ਕਿਰਪਾ ਨਾਲ ਅਸੀਂ ਆ ਗੁਰੂ ਘਰ ਵਿਖੇ ਜੁੜ ਬੈਠੇ ਹਾਂ। ਤੇ ਸਤਿਗੁਰੂ ਨੇ ਹੋਰ ਕਿਰਪਾ ਕੀਤੀ ਹੈ, ਆਪਣੇ ਪਾਵਨ ਪਵਿੱਤਰ ਜੀਵਨ ਦੀ ਕਥਾ ਸੁਣਨ ਦਾ ਮੌਕਾ, ਕਥਾ ਕਰਨ ਦਾ ਮੌਕਾ ਸਾਨੂੰ, ਤੁਹਾਨੂੰ, ਆਪਾਂ ਨੂੰ ਸਾਰਿਆਂ ਨੂੰ ਸਤਿਗੁਰੂ ਜੀ ਬਖਸ਼ਿਸ਼ ਕਰ ਰਹੇ ਹਨ। ਸਤਿਗੁਰੂ ਜੀ ਦੇ ਪਵਿੱਤਰ ਅਸਥਾਨਾਂ ਦੇ ਉੱਤੇ ਪਹਿਲਾਂ ਵੀ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਲੜੀਵਾਰ ਕਥਾ ਕਈ ਸਾਲ ਚੱਲੀ, ਜਿਸ ਦੀ ਸਮਾਪਤੀ ਨਿਰਵਿਘਨਤਾ ਸਹਿਤ ਸਤਿਗੁਰੂ ਜੀ ਨੇ ਆਪ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਕਰਵਾ ਲਈ ਹੈ। ਜਿਸ ਕਾ ਕਾਰਜ ਤਿਨ ਹੀ ਕੀਆ ਮਾਨਸ ਕਿਆ ਵਿਚਾਰਾ ਰਾਮ। ਸਤਿਗੁਰੂ ਨੇ ਆਪ ਆਪਣੇ ਕਾਰਜਾਂ ਵਿੱਚ
ਸਫਲਤਾ ਬਖਸ਼ਿਸ਼ ਕੀਤੀ ਹੈ। ਅੱਜ ਸ੍ਰੀ ਨਾਨਕ ਪ੍ਰਕਾਸ਼ ਦੀ ਕਥਾ, ਜਿਸ ਵਿੱਚ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜੀਵਨ ਵਰਤਾਂਤ ਆਵੇਗਾ, ਉਹ ਕਥਾ ਦੀ ਆਰੰਭਤਾ ਹੋਣ ਜਾ ਰਹੀ ਹੈ। ਤਿਸ ਦੇ ਲਈ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਪਹਿਲਾਂ ਅਰਦਾਸ ਬੇਨਤੀ ਕੀਤੀ ਗਈ ਹੈ, ਮਿੰਨਤ ਤਰਲਾ ਕੀਤਾ ਗਿਆ ਹੈ। ਸਤਿਗੁਰੂ ਜੀ, ਆਪ ਜੀ ਕਿਰਪਾ ਕਰਿਓ। ਆਪ ਜੀ ਦੇ ਚਰਨਾਂ ਦਾ ਓਟ ਆਸਰਾ ਲੈ ਕੇ ਅਸੀਂ ਇਹ ਕਥਾ ਆਰੰਭ ਕਰਨ ਲੱਗੇ ਹਾਂ। ਤੁਹਾਡੀ ਕਿਰਪਾ ਦੇ ਨਾਲ ਇਹ ਕਥਾ ਹੋਣੀ ਹੈ। ਆਪ ਜੀ ਨੇ ਨੇਤਾ ਪ੍ਰਤੀ ਸੇਵਾ ਲੈਣੀ ਹੈ ਅਤੇ ਆਪ ਜੀ ਕਿਰਪਾ ਕਰਿਓ, ਨਿਰਵਿਘਨਤਾ ਸਹਿਤ ਆਪ ਹੀ ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਦੇ ਅਰੋਗਤਾ ਤੰਦਰੁਸਤੀਆਂ ਬਖਸ਼ਿਸ਼ ਕਰਕੇ ਇਹ ਕਥਾ ਸੰਪੂਰਨ ਕਰਵਾ ਲੈਣੀ। ਕਿਉਂਕਿ ਗੁਰੂ ਕੇ ਸਿੱਖ ਦਾ ਫਰਜ਼ ਹੈ, ਕੋਈ ਵੀ ਕਾਰਜ ਆਰੰਭ ਕਰਦਾ ਹੈ ਤਾਂ ਗੁਰੂ ਚਰਨਾਂ ਦਾ ਓਟ ਆਸਰਾ ਲੈ ਕੇ ਉਸ ਕਾਰਜ ਨੂੰ ਆਰੰਭਤਾ ਕਰਨਾ ਇਹ ਗੁਰੂ ਘਰ ਦੀ ਮਰਿਆਦਾ ਹੈ, ਸਿੱਖ ਦਾ ਫਰਜ਼ ਹੈ। ਕੀਤਾ ਲੋੜੀਆ ਕੰਮ ਸੋ ਹਰ ਪਹਿ ਆਖੀ ਹੈ, ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀ ਹੈ। ਗੁਰੂ ਕੇ ਸਿੱਖਾ, ਜਿਹੜਾ ਵੀ ਕੰਮ ਤੂੰ ਕੀਤਾ ਲੋੜਦਾ ਹੈ, ਕਰਨਾ ਚਾਹੁੰਦਾ ਹੈ, ਉਹਦੇ ਵਿੱਚ ਸਫਲਤਾ ਚਾਹੁੰਦਾ, ਫਤਿਹ ਯਾਬਤਾ ਮਿਲੇ, ਕਾਰਜ ਫਤਿਹ ਹੋ ਜਾਵੇ, ਨਿਰਵਿਘਨਤਾ ਸਹਿਤ ਉਸ ਦੀ ਸੰਪੂਰਨਤਾ ਹੋਵੇ, ਸਤਿਗੁਰੂ ਜੀ ਉਸ ਕਾਰਜ ਵਿੱਚ ਹਮੇਸ਼ਾ ਅੰਗ ਸੰਗ ਸਹਾਈ ਹੋਣ। ਇਸ ਕਰਕੇ ਤੂੰ ਗੁਰੂ ਚਰਨਾਂ ਵਿੱਚ ਪਹਿਲਾਂ ਅਰਦਾਸ ਬੇਨਤੀ ਕਰ ਅਤੇ ਸਤਿਗੁਰੂ ਫਿਰ ਕਿਰਪਾ ਕਰਦੇ ਆ ਆਪਣੇ ਅਰਦਾਸਾਂ ਦੀ, ਆਪਣੇ ਸੇਵਕਾਂ ਦੀ, ਨਾਮ ਧਰੇਕ ਸਿੱਖਾਂ ਦੀ ਅਰਜ਼ ਨੂੰ ਮੰਨਦੇ ਹੋਏ ਕਾਰਜ ਦੇ ਸਵਾਰ ਸਤਿਗੁਰੂ ਜੀ ਉਸ ਕਾਰਜ ਨੂੰ ਆਪ ਸਵਾਰ ਦਿੰਦੇ ਆ। ਜਿਸ ਕਾਰਜ ਵਿੱਚ ਸਤਿਗੁਰੂ ਆ ਕੇ ਖੜਾ ਹੋ ਗਿਆ, ਉਹ ਕਾਰਜ ਸਫਲਾ ਕਿਉਂ ਨਹੀਂ ਹੋਏਗਾ ਭਾਈ? ਉਹ ਤਾਂ ਸਫਲਾ ਹੋਵੇਗਾ ਹੀ ਹੋਵੇਗਾ। ਸਤਿਗੁਰ ਸੱਚ ਸਾਖੀ ਹੈ। ਸਤਿਗੁਰੂ ਜੀ ਇਹਦੀ ਸੱਚੀ ਸਾਖੀ ਗਵਾਹੀ ਭਰਦੇ ਹੈ, ਮੋਹਰ ਲਾਉਂਦੇ ਹੈ ਇਸ ਗੱਲ ਦੇ ਉੱਤੇ ਕਿ ਗੁਰੂ ਕੇ ਸਿੱਖ ਦੇ ਕਾਰਜ ਜਿਹੜੇ ਅਰਦਾਸ ਕਰਕੇ ਆਰੰਭ ਕੀਤੇ ਜਾਂਦੇ ਆ ਨਾ, ਉਹਨਾਂ ਵਿੱਚ ਮੈਂ ਆਪ ਵਰਤ ਕੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਉਹਦੀ ਸੰਪੂਰਨਤਾ ਕਰਵਾਉਂਦਾ ਹਾਂ। ਇਸ ਕਰਕੇ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕੀਤੀ ਗਈ ਹੈ। ਅਰਦਾਸ ਬੇਨਤੀ ਕਰਕੇ ਸਤਿਗੁਰਾਂ ਨੇ ਹੁਕਮਨਾਮਾ ਬਖਸ਼ਿਸ਼ ਕੀਤਾ। ਸਤਿਗੁਰੂ ਜੀ ਦਾ ਹੁਕਮ ਪਾ ਕਰਕੇ ਹੁਣ ਕਥਾ ਦੀ ਆਪਾਂ ਆਰੰਭਤਾ ਕਰਨ ਲੱਗੇ ਹਾਂ। ਆਓ ਬੜੇ ਪਿਆਰ ਦੇ ਨਾਲ, ਜਿਵੇਂ ਭਾਈ ਸੰਤੋਖ ਸਿੰਘ ਜੀ ਚੂੜਾਮਣੀ ਕਵੀ ਨੇ ਇਹ ਕਥਾ ਆਪਣੀ ਕਲਮ ਦੁਆਰਾ ਗੁਰੂ ਚਰਨਾਂ ਦਾ ਓਟ ਆਸਰਾ ਲੈ ਕੇ ਲਿਖੀ ਹੈ, ਜਿਵੇਂ ਸਤਿਗੁਰੂ ਜੀ ਦੇ ਚਰਨਾਂ ਦਾ ਓਟ ਆਸਰਾ ਲੈ ਕੇ ਉਹਨਾਂ ਨੇ ਲਿਖਣਾ ਆਰੰਭ ਕੀਤਾ ਹੈ, ਉਸੇ ਤਰ੍ਹਾਂ ਆਓ ਆਪਾਂ ਸਤਿਗੁਰੂ ਦੇ ਚਰਨਾਂ ਦਾ ਓਟ ਆਸਰਾ ਲੈ ਕੇ ਇਸ ਨੂੰ ਵਿਚਾਰਨਾ ਆਰੰਭੀਏ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਚੂੜਾਮਣੀ ਕਵੀ ਆਪਣੀ ਰਚਨਾ ਦੀ ਆਰੰਭਤਾ ਤੋਂ ਪਹਿਲਾਂ ਸਤਿਗੁਰੂ ਸਾਹਿਬ ਜੀ ਦਾ ਲਿਖਿਆ ਹੋਇਆ ਮੰਗਲ ਹੀ ਇਸ ਰਚਨਾ ਦੇ ਆਰੰਭ ਦੇ ਵਿੱਚ ਉਹਨਾਂ ਨੇ ਅੰਕਿਤ ਕੀਤਾ ਹੈ। ਆਪਣੀ ਬੁੱਧੀ ਨੂੰ ਵੱਡਿਆਂ ਨਹੀਂ ਜਣਾਇਆ ਕਿ ਮੈਂ ਆਪਣਾ ਹੀ ਮੰਗਲ ਲਿਖ ਕੇ ਆਪਣੇ ਵੱਲੋਂ ਹੀ ਅੱਖਰ ਲਿਖ ਕੇ ਸ਼ੁਰੂ ਕਰ ਦੇਵਾਂ। ਨਹੀਂ, ਜਿਹੜਾ ਮੰਗਲ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਵਿੱਚ 500 ਤੋਂ ਵੀ ਵਧੇਕ ਵਾਰ ਲਿਖਿਆ ਹੋਇਆ ਹੈ। ਆਪਣੇ ਇਸ਼ਟਾ ਭਾਵ ਨੂੰ, ਆਪਣੀ ਸ਼ਰਧਾ ਭਾਵਨਾ ਨੂੰ ਪ੍ਰਗਟ ਕਰਦਿਆਂ ਹੋਇਆਂ ਕਵੀ ਜੀ ਨੇ ਸਭ ਤੋਂ ਪਹਿਲਾਂ ਸਤਿਗੁਰੂ ਜੀ ਦਾ ਮੰਗਲ ਹੀ ਲਿਖਿਆ, ਆਪਣੀ ਕਲਮ ਨਹੀਂ ਵਾਹੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਬਾਣੀ ਦਾ ਮੰਗਲ ਜਿਹੜਾ ਇੱਕ ਓੰਕਾਰ ਸਤਿਗੁਰ ਪ੍ਰਸਾਦ, ਇਹ ਕਵੀ ਜੀ ਨੇ ਆਰੰਭਤਾ ਦੇ ਵਿੱਚ ਲਿਖਿਆ ਹੈ। ਇੱਕ ਜੋ ਉਦੁੱਤੀ ਅਕਾਲ ਪੁਰਖ ਵਾਹਿਗੁਰੂ ਹੈ, ਜਿਸ ਵਰਗਾ ਕੋਈ ਹੋਰ ਦੂਜਾ ਨਹੀਂ ਹੈ। ਓੰਕਾਰ ਜੋ ਸਰਬ ਦਾ ਪ੍ਰਕਾਸ਼ਕ ਹੈ, ਸਾਰਿਆਂ ਨੂੰ ਪ੍ਰਕਾਸ਼ਵਾਨ ਕਰਨ ਵਾਲਾ ਹੈ, ਸਾਰਿਆਂ ਨੂੰ ਪੈਦਾ ਕਰਨ ਵਾਲਾ ਹੈ, ਸਾਰਿਆਂ ਵਿੱਚ ਜਿਸ ਦੀ ਜੋਤ ਸਭ ਮਹਿ ਜੋਤ ਜੋਤ ਹੈ ਸੋਏ ਵਰਤ ਰਹੀ ਹੈ ਜੋਤ ਜਿਸ ਦੀ ਸਾਰਿਆਂ ਵਿੱਚ, ਸੋ ਉਸ ਨੂੰ ਓੰਕਾਰ ਕਿਹਾ ਜਾਂਦਾ ਹੈ। ਇਸੇ ਤਰ੍ਹਾਂ ਸਤ ਗੁਰ ਪ੍ਰਸਾਦ, ਜਿਹੜਾ ਸਤ ਹੈ,
ਸਤ ਸਿਰਫ ਅਕਾਲ ਪੁਰਖ ਵਾਹਿਗੁਰੂ ਦੇ ਵਾਸਤੇ ਹੀ ਇਹ ਸ਼ਬਦ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇੱਥੇ ਵਰਤਣਾ ਹੀ ਯੋਗ ਹੈ, ਢੁਕਵਾਂ ਹੈ, ਯਥਾਰਥ ਹੈ। ਦੁਨਿਆਵੀ ਹੋਰ ਕਿਸੇ ਵਸਤੂ ਵਾਸਤੇ ਜਾਂ ਸਾਡੇ ਤੁਹਾਡੇ ਨਾਵਾਂ ਦੇ ਨਾਲ ਇਹ ਸਤ ਸ਼ਬਦ ਨਹੀਂ ਲੱਗ ਸਕਦਾ, ਕਿਉਂਕਿ ਅਸੀਂ ਸਤ ਨਹੀਂ ਹਾਂ। ਸਤ ਕੇ ਵਸਤੂ ਕਿਸ ਨੂੰ ਕਿਹਾ ਜਾਂਦਾ ਹੈ? ਸੰਸਕ੍ਰਿਤੀ ਦਾ, ਸੰਸਕ੍ਰਿਤ ਦਾ ਇਹ ਸਤ ਲਫ਼ਜ਼ ਹੈ, ਸੱਤਿਆ ਜਾਂ ਸਤ। ਸਤ ਉਸ ਵਸਤੂ ਨੂੰ ਆਖਿਆ ਜਾਂਦਾ ਹੈ ਜਿਹਦਾ ਤਿੰਨਾਂ ਕਾਲਾਂ ਦੇ ਵਿੱਚ ਹੀ ਨਾਸ਼ ਨਾ ਹੋਵੇ, ਨਾਸ਼ ਤੋਂ ਰਹਿਤ ਹੋਵੇ, ਅਬਿਨਾਸੀ ਹੋਵੇ ਜੋ। ਤੇ ਅਬਿਨਾਸੀ ਤਾਂ ਇੱਕ ਅਕਾਲ ਪੁਰਖ ਵਾਹਿਗੁਰੂ ਹੀ ਹੈ। ਆਪਾਂ ਤਾਂ ਸਾਰੇ ਨਾਸ਼ਵੰਤ ਹਾਂ। ਜੋ ਉਪਜਿਓ ਸੋ ਬਿਨਸ ਹੈ, ਪਰ ਉਹ ਆਜ ਕੈ ਕਾਲ। ਜਿਹੜਾ ਪੈਦਾ ਹੋਇਆ ਉਹਨੇ ਇੱਕ ਨਾ ਇੱਕ ਦਿਨ ਖਤਮ ਹੋ ਜਾਣਾ ਹੈ। ਕਿਸੇ ਨੇ ਅੱਜ ਖਤਮ ਹੋ ਜਾਣਾ, ਕਿਸੇ ਨੇ ਕੱਲ੍ਹ ਖਤਮ ਹੋ ਜਾਣਾ। ਸੋ ਆਪੋ ਆਪਣਾ ਸਮਾਂ ਜਿੰਨਾ ਵਾਹਿਗੁਰੂ ਨੇ ਨਿਯਤ ਕਰਕੇ ਭੇਜਿਆ ਉਹ ਬਿਤਾ ਕੇ ਭੋਗ ਕੇ ਉਨੀ ਉਮਰ ਉਹਨੇ ਸਵਾਸ ਲੈ ਕੇ ਫਿਰ ਅਸੀਂ ਸਾਰਿਆਂ ਨੇ ਖਤਮ ਹੋ ਜਾਣਾ ਹੈ। ਜੋ ਪੈਦਾ ਹੋਇਆ ਉਹਨੇ ਵਿਨਸਣਾ ਹੈ, ਜੋ ਉਪਜਿਆ ਹੈ ਉਹਨੇ ਖਤਮ ਹੋਣਾ ਹੈ, ਜੋ ਜਨਮਿਆ ਹੈ ਉਹਦੇ ਵਾਸਤੇ ਮਰਨ ਦਾ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਿਧਾਂਤ ਅਟੱਲ ਬਣਾਇਆ ਹੈ, ਮਰਿਆਦਾ ਬੰਨੀ ਹੈ। ਸੋ ਬਾਕੀ ਸਭ ਚੀਜ਼ਾਂ, ਸਭ ਜੀਵ, ਸਭ ਪ੍ਰਕਾਰ ਦੇ ਜਿੰਨੇ ਆਕਾਰ ਹੈ ਸਾਨੂੰ ਅੱਖਾਂ ਦੇ ਨਾਲ, ਸਥੂਲ ਅੱਖਾਂ ਦੇ ਨਾਲ ਦਿਖਾਈ ਦੇ ਰਹੇ ਹੈ, ਇਹ ਮਿਥਿਆ ਹਨ, ਨਾਸ਼ ਹੋਣ ਵਾਲੇ ਹਨ। ਦ੍ਰਿਸ਼ਟਮਾਨ ਹੈ ਸਗਲ ਮਥੇਨਾ। ਜਿੰਨਾ ਦ੍ਰਿਸ਼ਟੀ ਦੇ ਵਿੱਚ ਆਉਣ ਵਾਲਾ ਹੈ ਉਹ ਸਗਲਾ ਕਹੀਏ ਸਾਰਾ ਹੀ ਮਿਥਿਆ ਹੈ, ਮਥੇਨਾ, ਨਾਸ਼ਵੰਤ ਹੈ। ਉਹਦਾ ਇੱਕ ਨਾ ਇੱਕ ਦਿਨ ਨਾਸ਼ ਹੋਣਾ ਹੈ, ਉਹਨੇ ਇੱਕ ਨਾ ਇੱਕ ਦਿਨ ਖਤਮ ਹੋਣਾ ਹੈ। ਪਰ ਇੱਕ ਅਕਾਲ ਪੁਰਖ ਵਾਹਿਗੁਰੂ ਹੈ ਜਿਹੜਾ ਨਾ ਤਾਂ ਕਿਸੇ ਦਾ ਪੈਦਾ ਕੀਤਾ ਹੋਇਆ, ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਈ। ਉਹ ਅਕਾਲ ਪੁਰਖ ਵਾਹਿਗੁਰੂ ਜਿਹੜਾ ਨਿਰਅੰਜਨ, ਮਾਇਆ ਦੀ ਅੰਜਨ ਕਹੀਏ ਕਾਲਖ ਤੋਂ ਰਹਿਤ ਹੈ, ਉਹ ਆਪਣੇ ਆਪ ਤੋਂ ਪ੍ਰਕਾਸ਼ ਹੈ। ਜਿਸ ਨੂੰ ਆਪਾਂ ਮੂਲ ਮੰਤਰ ਪੜ੍ਹਦੇ ਹੋਏ ਸਹਿਬ ਭੰਗ ਪੜ੍ਹਦੇ ਹਾਂ, ਆਪਣੇ ਆਪ ਤੋਂ ਪ੍ਰਕਾਸ਼। ਬਾਕੀ ਆਪਾਂ ਸਾਰੇ ਪਰ ਤੇ ਪ੍ਰਕਾਸ਼ ਹੈ ਨਾ, ਦੂਜਿਆਂ ਤੋਂ ਪ੍ਰਕਾਸ਼ ਆ। ਸੂਰਜ ਹੈ ਉਹਦਾ ਵੀ ਆਪਣਾ ਪ੍ਰਕਾਸ਼ ਨਹੀਂ, ਅਕਾਲ ਪੁਰਖ ਵਾਹਿਗੁਰੂ ਤੋਂ ਪ੍ਰਕਾਸ਼ਿਤ ਹੁੰਦਾ ਹੈ। ਚੰਦਰਮਾ ਦਾ ਵੀ ਆਪਣਾ ਪ੍ਰਕਾਸ਼ ਨਹੀਂ, ਤਾਰਿਆਂ ਦਾ ਵੀ ਆਪਣਾ ਪ੍ਰਕਾਸ਼ ਨਹੀਂ। ਆਹ ਲਾਈਟਾਂ, ਬੱਲਬ, ਟਿਊਬ ਲਾਈਟਾਂ, LED ਬੱਲਬ ਜਗ ਰਹੇ ਆ, ਦੀਵੇ ਜਗਦੇ ਆ, ਜੋਤਾਂ ਜਗਦੀਆਂ, ਆਪਣੇ ਆਪ ਤੋਂ ਤਾਂ ਪ੍ਰਕਾਸ਼ ਨਹੀਂ ਨਾ, ਕੋਈ ਉਹਨਾਂ ਨੂੰ ਜਗਾਉਂਦਾ ਹੈ। ਉਹਦੇ ਪਿੱਛੇ ਕੋਈ ਪਾਵਰ, ਕੋਈ ਸ਼ਕਤੀ ਕੰਮ ਕਰਦੀ ਹੈ। ਤੇ ਸਾਰੇ ਜੀਵਾਂ ਵਿੱਚ ਪਾਰ ਬ੍ਰਹਮ ਪਰਮੇਸ਼ਰ ਦੀ ਜੋਤ, ਉਹਦੀ ਸ਼ਕਤੀ, ਉਹਦੀ ਸੱਤਾ ਵਰਤ ਰਹੀ ਆ। ਪਰ ਪਾਰ ਬ੍ਰਹਮ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਐਸਾ ਹੈ ਜਿਹੜਾ ਕਾਲ ਦੇ ਅਧੀਨ ਨਹੀਂ ਹੈ, ਜਿਹੜਾ ਕਿਸੇ ਤੋਂ ਪ੍ਰਕਾਸ਼ ਨਹੀਂ ਹੈ, ਆਪਣੇ ਆਪ ਤੋਂ ਪ੍ਰਕਾਸ਼ ਹੈ। ਇਸ ਕਰਕੇ ਉਸ ਦੇ ਲਈ ਸਤ ਸ਼ਬਦ ਵਰਤਿਆ ਜਾਂਦਾ ਹੈ। ਸਤ ਜਾਂ ਸੱਚ ਸ਼ਬਦ ਕਹਿ ਲਓ, ਸਤ ਦਾ ਹੀ ਸੱਚ ਸ਼ਬਦ ਜਿਹੜਾ ਪਰਾਇਵਾਚੀ ਹੈ। ਤਤਸਮ ਤੋਂ ਤਦਭਵ ਸ਼ਬਦ ਸਤਿਆ ਤੋਂ, ਸਤ ਤੋਂ ਸੱਚ ਬਣਿਆ ਹੈ। ਸਾਡੀ ਜਦੋਂ ਗੱਲ ਆਉਂਦੀ ਹੈ ਜੀਵਾਂ ਦੀ, ਦੁਨਿਆਵੀ ਪਦਾਰਥਾਂ ਦੀ ਗੱਲ ਆਉਂਦੀ ਆ, ਤੇ ਅਸੀਂ ਆਪਣੇ ਵਾਸਤੇ ਜਿਹੜਾ ਸ਼ਬਦ ਵਰਤਦੇ ਹਾਂ ਭੂਤਕਾਲ, ਅਸੀਂ ਪਿੱਛੇ ਹੈਗੇ ਸੀ, ਕੁਝ ਦਿਨ ਪਹਿਲਾਂ ਬੀਤੇ ਸਮੇਂ ਵਿੱਚ ਹੈਗੇ ਸੀ, ਅਸੀਂ ਜਨਮ ਹੋਇਆ ਸਾਡਾ, ਔਰ ਵਰਤਮਾਨ ਦੇ ਵਿੱਚ ਸਾਡੀ ਹੋਂਦ ਆ, ਹੁਣ ਵੀ ਅਸੀਂ ਹਾਂ। ਤੇ ਭਵਿੱਖ ਵਿੱਚ ਆਉਣ ਵਾਲੇ ਸਮੇਂ 'ਚ ਜਿੰਨਾ ਵਾਹਿਗੁਰੂ ਨੇ ਲਿਖਿਆ ਸਮਾਂ ਸਾਡੇ ਕਰਮਾਂ ਵਿੱਚ, ਓਨਾ ਸਮਾਂ ਅਸੀਂ ਹੋਵਾਂਗੇ। ਪਰ ਸਦੀਵ ਨਹੀਂ ਹਾਂ, ਅਸੀਂ ਹਮੇਸ਼ਾ ਵਾਸਤੇ ਨਹੀਂ ਹਾਂ। ਸਾਡੀ ਹੋਂਦ ਹੈ, ਜਿਹੜੀ ਸਾਡੀ ਹਸਤੀ ਹੈ, ਇਹ ਤਿੰਨ ਕਾਲਾਂ ਦੇ ਅਧੀਨ ਹੈ। ਭਵਿੱਖਤ ਕਾਲ, ਵਰਤਮਾਨ ਕਾਲ ਤੇ ਭੂਤਕਾਲ, ਬੀਤਾ ਸਮਾਂ। ਅਸੀਂ ਤਿੰਨ ਸਮਿਆਂ ਵਿੱਚ ਤਾਂ ਹਾਂ, ਪਰ ਇਹਨਾਂ ਸਮਿਆਂ ਤੋਂ ਪਾਰ ਸਾਡੀ ਕੋਈ ਹੋਂਦ ਨਹੀਂ, ਕੋਈ ਹਸਤੀ ਨਹੀਂ ਹੈ। ਪਰ ਇੱਕ ਅਕਾਲ ਪੁਰਖ ਵਾਹਿਗੁਰੂ ਹੈ ਜਿਹੜਾ ਚਾਰ ਕਾਲਾਂ ਦੇ ਵਿੱਚ ਹੈ। ਆਪਾਂ ਜਪਜੀ ਸਾਹਿਬ ਦੀ ਆਰੰਭਤਾ ਦੇ ਵਿੱਚ ਮੂਲ ਮੰਤਰ ਦੇ ਵਿੱਚ ਪੜ੍ਹਦੇ ਹਾਂ, ਆਦਿ ਸੱਚ
ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਤਿੰਨ ਕਾਲ ਨਹੀਂ ਹਨ, ਇੱਥੇ ਚਾਰ ਕਾਲ ਹੈ। ਭੂਤ ਕਾਲ, ਭਵਿੱਖਤ ਕਾਲ ਤੇ ਵਰਤਮਾਨ ਕਾਲ ਤੋਂ ਵੀ ਪਰੇ ਦੀ ਗੱਲ ਕੀਤੀ ਗਈ ਹੈ। ਜਦੋਂ ਇਹ ਕਾਲ ਵੀ ਨਹੀਂ ਬਣੇ ਸਨ, ਜਦੋਂ ਇਹ ਸਮਾਂ ਵੀ ਨਹੀਂ ਬਣਿਆ ਸੀ, ਜਦੋਂ ਯੁੱਗਾਂ ਦੀ ਆਰੰਭਤਾ ਹੋਈ, ਉਸ ਵੇਲੇ ਵੀ ਉਹ ਵਾਹਿਗੁਰੂ ਸੀ। ਜੁਗਾਦ ਸੱਚ, ਯੁੱਗਾਂ ਦੇ ਆਦ ਵਿੱਚ, ਯੁੱਗਾਂ ਦੀ ਆਰੰਭਤਾ ਵਿੱਚ। ਤੇ ਯੁੱਗਾਂ ਤੋਂ ਪਹਿਲਾਂ ਜਦੋਂ ਯੁੱਗ ਵੀ ਨਹੀਂ ਬਣੇ ਸਨ, ਉਸ ਵੇਲੇ ਵੀ ਜਿਹੜੀ ਹੋਂਦ ਸੀ, ਜਿਹੜੀ ਹਸਤੀ ਸੀ, ਜਿਸ ਪਾਵਰ ਦਾ, ਜਿਸ ਸ਼ਕਤੀ ਦਾ ਉਸ ਵੇਲੇ ਵੀ ਵਿਦਮਾਨ ਹੋਣਾ, ਉਸ ਵੇਲੇ ਵੀ ਪ੍ਰਗਟ ਹੋਣਾ, ਉਸ ਵੇਲੇ ਵੀ ਹੋਂਦ ਰੱਖਣਾ, ਹਸਤੀ ਰੱਖਣਾ, ਸਤਿਗੁਰੂ ਨੇ ਬਾਣੀ ਦੇ ਵਿੱਚ ਦੱਸਿਆ, ਸਾਨੂੰ ਜਣਾਇਆ ਹੈ, ਸਮਝਾਇਆ ਹੈ। ਉਸ ਨੂੰ ਸਤਿਗੁਰੂ ਨੇ ਕਿਹਾ ਆਦ ਸੱਚ। ਆਦ ਦੇ ਵਿੱਚ ਜਦੋਂ ਕੁਝ ਵੀ ਨਹੀਂ ਸੀ, ਅਰਬਦ ਨਰਬਦ ਧੁੰਦੂ ਕਾਰਾ, ਧਰਨ ਨਾ ਗਗਨਾ ਹੁਕਮ ਅਪਾਰਾ। ਜਦੋਂ ਹਨੇਰਾ ਚਾਨਣ ਇਤਿਆਦਿਕ ਵੀ ਕੁਝ ਨਹੀਂ ਬਣਿਆ ਸੀ, ਉਸ ਤੋਂ ਵੀ ਪਹਿਲਾਂ ਜੋ ਅਕਾਲ ਪੁਰਖ ਵਾਹਿਗੁਰੂ ਦੀ ਹੋਂਦ ਹਸਤੀ ਸੀ, ਹਮੇਸ਼ਾ ਹੈ ਤੇ ਹਮੇਸ਼ਾ ਰਹੇਗੀ। ਉਹ ਚਾਰ ਕਾਲਾਂ ਦੇ ਵਿੱਚ ਹੈ। ਤਿੰਨਾਂ ਕਾਲਾਂ ਤੋਂ ਪਰੇ ਦੀ ਜਿਹੜੀ ਪਾਵਰ ਹੈ, ਪਰੇ ਦੀ ਜਿਹੜੀ ਸ਼ਕਤੀ ਹੈ, ਉਸ ਨੂੰ ਸੱਤ ਆਖਿਆ ਜਾਂਦਾ ਹੈ। ਵੇਦ ਕਹਿੰਦਾ ਹੈ ਤ੍ਰਈ ਕਾਲ ਅਵਾਦ ਤਵੰ ਸਤਤਵੰ, ਜਿਹੜਾ ਤਿੰਨਾਂ ਕਾਲਾਂ ਤੋਂ ਪਰੇ ਹੈ, ਭੂਤ ਕਾਲ, ਭਵਿੱਖਤ ਕਾਲ, ਵਰਤਮਾਨ ਕਾਲ ਤੋਂ ਵੀ ਏਕ ਹੀ ਕਾਲ ਅਕਾਲ ਸਦਾ ਹੈ, ਜਿਹੜਾ ਹਮੇਸ਼ਾ ਰਹਿਣ ਵਾਲਾ ਹੈ, ਉਹਨੂੰ ਸੱਤ ਆਖਿਆ ਜਾਂਦਾ। ਇਸ ਕਰਕੇ ਇਹ ਜਿਹੜਾ ਸੱਤ ਸ਼ਬਦ ਹੈ, ਕਿਸੇ ਵੀ ਦੁਨਿਆਵੀ ਸ਼ਖਸੀਅਤ ਦੇ ਨਾਲ, ਚਾਹੇ ਉਹ ਕਿੰਨੀ ਮਹਾਨ ਤੋਂ ਮਹਾਨ ਸ਼ਖਸੀਅਤ ਹੋਵੇ, ਉਹਨੂੰ ਸੱਤ ਨਹੀਂ ਕਹਿ ਸਕਦੇ, ਕਿਉਂਕਿ ਇੱਕ ਨਾ ਇੱਕ ਦਿਨ ਉਹ ਚਲੇ ਜਾਂਦੀ ਹੈ ਸ਼ਖਸੀਅਤ। ਜਿੰਨੀ ਮਰਜ਼ੀ ਅਮੋਲਕ, ਜਿੰਨੀ ਮਰਜ਼ੀ ਕੋਈ ਕੀਮਤੀ ਵਸਤੂ ਹੋਵੇ, ਉਹ ਵੀ ਸੱਤ ਨਹੀਂ ਹੈ। ਕਿਸੇ ਹੋਰ ਚੀਜ਼ ਦੇ ਨਾਲ ਜਾਂ ਸਾਡੇ ਜੀਵਾਂ ਦੇ ਨਾਮ ਦੇ ਨਾਲ ਜੇ ਅਸੀਂ ਸੱਤ ਸ਼ਬਦ ਲਾਈਏ ਤੇ ਇਹ ਨਿਰਾ ਕੋਰਾ ਝੂਠ ਹੈ, 16 ਆਨੇ ਝੂਠ ਹੈ। ਤੇ ਵਾਹਿਗੁਰੂ ਦੇ ਨਾਲ ਸੱਤ ਸ਼ਬਦ ਲਾਉਨੇ ਆ, ਇਹ 16 ਆਨੇ ਸੱਚ ਹੈ, ਬਿਲਕੁਲ ਯਥਾਰਥ ਹੈ, ਢੁਕਵਾਂ ਹੈ, ਯੋਗ ਹੈ ਸ਼ਬਦ ਇਹ ਲਾਉਣਾ। ਇਸ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਨੇ ਸੱਤ ਸ਼ਬਦ ਅਕਾਲ ਪੁਰਖ ਵਾਹਿਗੁਰੂ ਵਾਸਤੇ ਵਰਤਿਆ ਹੈ। ਸੱਤ, ਜਿਹਦਾ ਤਿੰਨਾਂ ਕਾਲਾਂ ਦੇ ਵਿੱਚ ਨਾਸ਼ ਨਹੀਂ ਹੈ, ਸਤ ਸਰੂਪ ਹੈ ਜੋ, ਔਰ ਗੁਰ ਜੋ ਚੇਤਨ ਸਰੂਪ ਹੈ। ਸਤ ਚੇਤਨ ਤੇ ਪ੍ਰਸਾਦ ਕਹੀਏ ਆਨੰਦ ਸਰੂਪ ਹੈ, ਔਰ ਗੁਰ ਜਿਹੜਾ ਵੱਡਾ ਹੈ, ਗੁਰ ਕਹੀਏ ਜਿਹੜਾ ਸਾਨੂੰ ਗੁਰ ਸਿਖਾਉਣ ਵਾਲਾ ਹੈ। ਗੁਰ ਜਿਹੜਾ ਗੂ ਨਾਮੇ ਜਿਹੜਾ ਹਨੇਰਾ ਹੈ ਅਗਿਆਨਤਾ ਦਾ, ਉਹ ਤੋਂ ਸਾਨੂੰ ਰੂਹ ਵਿੱਚ, ਪ੍ਰਕਾਸ਼ ਵਿੱਚ ਲੈ ਕੇ ਜਾਣ ਵਾਲਾ ਹੈ, ਉਹ ਗੁਰ ਹੈ। ਇੱਕ ਓੰਕਾਰ ਸਤ ਗੁਰ ਪ੍ਰਸਾਦ। ਔਰ ਐਸਾ ਜਿਹੜਾ ਅਕਾਲ ਪੁਰਖ ਵਾਹਿਗੁਰੂ ਤਿੰਨਾਂ ਕਾਲਾਂ ਤੋਂ ਅਤੀਤ ਸਰਬ ਦਾ ਪ੍ਰਕਾਸ਼ਕ ਹੈ, ਇੱਕੋ ਇੱਕ ਅਦੁੱਤੀ ਹੈ, ਏਕੋ ਬ੍ਰਹਮੰ ਦੁਤੀਆ ਨਾਸਤੀ, ਇੱਕੋ ਇੱਕ ਬ੍ਰਹਮ ਹੈ ਜਿਹੜਾ, ਦੂਜਾਪਣ ਜਿਸ ਵਿੱਚ ਨਹੀਂ ਹੈ, ਸਰਬ ਦਾ ਪ੍ਰਕਾਸ਼ਕ ਹੈ, ਤ੍ਰਈ ਕਾਲ ਆਬਾਦ ਹੈ, ਸਤ ਹੈ, ਸਮੇਂ ਦੇ ਅਧੀਨ ਨਹੀਂ ਹੈ। ਉਹਦੀ ਪ੍ਰਾਪਤੀ ਕਿਵੇਂ ਹੁੰਦੀ ਹੈ? ਗੁਰ ਪ੍ਰਸਾਦ, ਗੁਰੂ ਦੀ ਪ੍ਰਸਾਦ ਦੇ ਨਾਲ, ਕਿਰਪਾ ਦੇ ਨਾਲ ਉਹ ਅਕਾਲ ਪੁਰਖ ਵਾਹਿਗੁਰੂ ਦੀ ਪ੍ਰਾਪਤੀ ਹੁੰਦੀ ਹੈ। ਅਥ ਸ੍ਰੀ ਗੁਰੂ ਨਾਨਕ ਪ੍ਰਕਾਸ਼ ਲਿਖਿਆ ਤੇ। ਅਥ ਨਾਮ ਹੈ ਹੁਣ ਦਾ। ਕਵੀ ਜੀ ਕਹਿੰਦੇ ਹੁਣ ਮੈਂ ਸ੍ਰੀ ਗੁਰੂ ਨਾਨਕ ਪ੍ਰਕਾਸ਼ ਨਾਮ ਦਾ ਜਿਹੜਾ ਗ੍ਰੰਥ ਹੈ ਲਿਖਿਆ ਤੇ ਇਹਨੂੰ ਲਿਖਣਾ ਆਰੰਭ ਰਿਹਾ ਹਾਂ, ਇਹਨੂੰ ਲਿਖਣ ਲੱਗਿਆ। ਸ੍ਰੀ ਕਹੀਏ ਸ਼ੁਭਾਇਮਾਨ, ਸ੍ਰੀ ਕਹੀਏ ਸ਼੍ਰੋਮਣੀ। ਗੁਰੂਆਂ ਦੇ ਵਿੱਚੋਂ, ਗੁਰੂ ਤਾਂ ਦੁਨੀਆ ਦੇ ਉੱਤੇ ਬਹੁਤਿਆਂ ਨੇ ਕਹਾਇਆ, ਪਰ ਸਭ ਤੋਂ ਸ਼੍ਰੋਮਣੀ ਜੇਕਰ ਕੋਈ ਗੁਰੂ ਹੈ, ਸ੍ਰੀ ਗੁਰੂ ਨਾਨਕ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੋ ਸ਼ੁਭਾਇਮਾਨ ਹਨ, ਸ਼੍ਰੋਮਣੀ ਹਨ। ਔਰ ਸ਼੍ਰੀ ਨਾਮ ਲక్ష్ਮੀ ਦਾ ਵੀ ਹੈ। ਲక్ష్ਮੀ ਦੇ ਵੀ ਜਿਹੜੇ ਮਾਲਕ, ਲక్ష్ਮੀ ਵੀ ਜਿਨ੍ਹਾਂ ਦੀ ਸੇਵਾਦਾਰ ਹੈ, ਮਾਇਆ ਜਿਨ੍ਹਾਂ ਦੇ ਚਰਨਾਂ ਦੀ ਦਾਸੀ ਹੈ, ਉਸ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਨਾਨਕ ਅਨਕ ਰਹਿਤ ਪਰਮਾਤਮ ਜੋਈ,
ਨਾਨਕ ਨਾਮ ਕਹਾਵੈ ਸੋਈ, ਜਿਹਦੇ ਵਿੱਚ ਅਨਿਕਤਾਈ ਨਹੀਂ ਹੈ, ਜਿਹਦੇ ਵਰਗਾ ਹੋਰ ਕੋਈ ਦੂਜਾ ਨਹੀਂ ਹੈ, ਜਿਹਦੇ ਵਿੱਚ ਦੁਐਤ ਭਾਵ ਨਹੀਂ ਹੈ, ਸੋ ਕਹੀਏ ਨਾਨਕ। ਉਹਨਾਂ ਦਾ ਪ੍ਰਕਾਸ਼ ਕਿਵੇਂ ਹੋਇਆ, ਉਹ ਕਿਵੇਂ ਇਸ ਭੂਮੀ ਦੇ ਉੱਤੇ ਆਏ, ਮਾਤ ਲੋਕ ਦੇ ਵਿੱਚ ਆਏ, ਔਰ ਪ੍ਰਕਾਸ਼ ਹੋ ਕੇ ਕਿਵੇਂ ਉਹਨਾਂ ਨੇ ਆਪਣੇ ਆਪ ਨੂੰ ਪ੍ਰਕਾਸ਼ ਕੀਤਾ, ਦੁਨੀਆ ਵਿੱਚ ਪ੍ਰਗਟ ਕੀਤਾ, ਔਰ ਕਿਵੇਂ ਉਹਨਾਂ ਦਾ ਤੇਜ ਪ੍ਰਤਾਪ, ਉਹਨਾਂ ਦੀ ਬਾਣੀ ਦਾ ਪ੍ਰਕਾਸ਼ ਜੀਵਾਂ ਦੇ ਹਿਰਦਿਆਂ ਦੇ ਵਿੱਚ ਗਿਆ, ਉਹਨਾਂ ਦੇ ਗਿਆਨ ਦਾ ਚਾਨਣਾ ਕਿਵੇਂ ਹੋਇਆ, ਕਿਵੇਂ ਉਹਨਾਂ ਨੇ ਜੀਵਾਂ ਨੂੰ ਤਾਰਿਆ। ਇਹ ਸਾਰਾ ਕੁਝ ਕਵੀ ਜੀ ਕਹਿੰਦੇ ਹੁਣ ਮੈਂ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਦੇ ਵਿੱਚ ਲਿਖਣਾ ਆਰੰਭ ਰਿਹਾ ਹਾਂ। ਅਧਿਆਇ ਪਹਿਲਾ। ਹੁਣ ਕਹਿੰਦੇ ਮੈਂ ਇਸ ਗ੍ਰੰਥ ਦਾ ਪਹਿਲਾ ਅਧਿਆਇ, ਪੋਥੀ ਦਾ ਪਹਿਲਾ ਭਾਗ ਕਹਿ ਲਓ, ਸੰਸਕ੍ਰਿਤ ਦੇ ਵਿੱਚ ਅਧਿਆਇ ਕਹਿ ਦਿੰਦੇ ਆ, ਆਪਾਂ ਭਾਗ ਕਹਿ ਦਿੰਦੇ ਆ, ਕੋਈ ਹਿੱਸਾ ਕਹਿ ਦਿੰਦਾ। ਸੋ ਇਸ ਅਧਿਆਇ ਦੇ ਵਿੱਚ ਕਵੀ ਜੀ ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ ਲੈ ਕੇ 10 ਗੁਰੂ ਸਾਹਿਬਾਨਾਂ ਦਾ ਮੰਗਲਾਚਰਨ ਕਰਕੇ ਉਹਨਾਂ ਦੀ ਮਹਿਮਾ ਦੇ ਮੰਗਲ, ਮਹਿਮਾ ਦੇ ਗੀਤ, ਮਹਿਮਾ ਦੇ ਸ਼ਬਦ ਲਿਖ ਕੇ ਆਰੰਭ ਕਰ ਰਹੇ ਆ, ਜਿਨ੍ਹਾਂ ਨੂੰ ਕਵੀ ਜੀ ਨੇ ਮੰਗਲਾਚਰਨ ਦਾ ਨਾਮ ਦਿੱਤਾ ਹੈ। ਅਧਿਆਇ ਪਹਿਲੇ ਦੇ ਵਿੱਚ ਅੱਗੇ ਕਵੀ ਜੀ ਲਿਖਦੇ ਹਨ, ਮੰਗਲਾਚਰਨ। ਹਾਂ, ਜਿਹੜੇ ਮੰਗਲਾਚਰਨ ਖੁਸ਼ੀਆਂ ਦੇ ਜਿਹੜੇ ਉਚਾਰਨ ਕੀਤੇ ਹੋਏ ਸ਼ਬਦ ਹੈ, ਉਹਨਾਂ ਨੂੰ ਮੰਗਲਾਚਰਨ ਆਖਿਆ ਜਾਂਦਾ ਹੈ। ਨਾਮ ਮਹਿਮਾ ਵਰਣਨ। ਪਹਿਲਾਂ ਨਾਮ ਦੀ ਮਹਿਮਾ ਦਾ ਵਰਣਨ ਕਰਨਗੇ, ਨਾਮ ਦੀ ਮਹਿਮਾ ਦੱਸਣਗੇ, ਮਹਾਤਮ ਦੱਸਣਗੇ ਕਿ ਵਾਹਿਗੁਰੂ ਪਰਮੇਸ਼ਰ ਦਾ ਨਾਮ ਕੀ ਮਹਾਤਮ ਰੱਖਦਾ, ਇਹਨੂੰ ਜਪਣ ਦੇ ਨਾਲ ਕੀ ਫਲ ਦੀ ਪ੍ਰਾਪਤੀ ਹੁੰਦੀ ਹੈ, ਇਹ ਵਰਣਨ ਕੀਤਾ ਹੈ। ਨਾਮ ਪ੍ਰਥਮੋ ਧਿਆਈ। ਇਸ ਪਹਿਲੇ ਭਾਗ ਦਾ ਨਾਮ ਜਿਹੜਾ ਕਵੀ ਜੀ ਕਹਿੰਦੇ ਨਾਮ ਮਹਿਮਾ ਵਰਣਨ, ਨਾਮ ਦੀ ਮਹਿਮਾ ਦਾ ਵਰਣਨ ਕੀਤਾ ਹੈ, ਇਹਦਾ ਮੈਂ ਨਾਮ ਰੱਖਿਆ ਹੈ। ਸੋ ਮੰਗਲਾਚਰਨ ਜਿਹੜੇ ਆ ਉਹ ਸਾਧ ਸੰਗਤ ਜੀ ਹਮੇਸ਼ਾ ਹੀ ਕੀਤੇ ਜਾਂਦੇ ਆ, ਮਨ ਦੀ ਕਾਮਨਾ ਪੂਰਨ ਹੋਣ ਵਾਸਤੇ। ਕੋਈ ਪਦ ਜਾਂ ਕੋਈ ਛੰਦ ਜਦੋਂ ਰਚਿਆ ਜਾਂਦਾ ਹੈ ਕਿਸੇ ਗ੍ਰੰਥ ਦੀ ਆਰੰਭਤਾ ਦੇ ਵਿੱਚ, ਉਹਦੇ ਆਦਿ ਦੇ ਵਿੱਚ ਗ੍ਰੰਥ ਰਚਣ ਵਾਲਾ ਗ੍ਰੰਥਾਕਾਰ ਇਹ ਲਿਖਦਾ ਹੈ, ਲਿਖਣ ਵਾਲੇ ਦੀ ਮਨੋਕਾਮਨਾ ਉਸ ਗ੍ਰੰਥ ਦੀ ਨਿਰਵਿਘਨਤਾ ਸਹਿਤ ਸੰਪੂਰਨਤਾ ਹੋ ਜਾਏ, ਸੁਖਪੂਰਵਕ ਸਮਾਪਤੀ ਹੋਵੇ, ਕਵਿਤਾ ਕਿਤੇ ਅੜੇ ਨਾ, ਸਫੁਰਨ ਹੁੰਦੀ ਰਹੇ, ਰਸਨਾ ਦੇ ਉੱਤੇ ਵਸਦੀ ਰਹੇ। ਇਸ ਕਰਕੇ ਇਹ ਮੰਗਲਾਚਰਨ ਕੀਤੇ ਜਾਂਦੇ ਆ। ਔਰ ਗੂੜ ਜਿਹੜਾ ਅਭਿਪਰਾਏ ਇਹ ਹੁੰਦਾ ਹੈ ਕਿ ਲੇਖਕ ਆਪਣੇ ਕਾਰਜ ਵਿੱਚ ਚੜ੍ਹਦੀਆਂ ਕਲਾਂ ਵਿੱਚ ਰਹੇ, ਮੁਸ਼ੱਕਤ ਅਤੇ ਮਜਬੂਰੀ ਵਾਲੀ ਬਿਰਤੀ ਵਿੱਚ ਨਾ ਪਵੇ, ਉਹਨੂੰ ਬਹੁਤਾ ਜੂਝਣਾ ਨਾ ਪਵੇ, ਬਹੁਤੀ ਘਾਲਣਾ ਨਾ ਘਾਲਣੀ ਪਵੇ ਇਹ ਗ੍ਰੰਥ ਨੂੰ ਲਿਖਣ ਲਈ। ਔਰ ਇਹ ਨਾ ਦਿਸਦਾ ਜਿਹੜਾ ਸੰਸਾਰ ਹੈ, ਨਾ ਦਿਸਣ ਵਾਲਾ ਸੰਸਾਰ ਤੋਂ ਸਾਧ ਸੰਗਤ ਜੀ ਪਰੇ ਜਿਹੜੀ ਹਸਤੀ ਹੈ, ਹੋਂਦ ਹੈ, ਜਿਸ ਨੂੰ ਆਪੋ ਆਪਣੇ ਧਰਮਾਂ ਵਿੱਚ ਕਿਸੇ ਨੇ ਗੌਡ ਆਖਿਆ, ਕਿਸੇ ਨੇ ਖੁਦਾ ਆਖਿਆ, ਕਿਸੇ ਨੇ ਭਗਵਾਨ ਆਖਿਆ, ਕਿਸੇ ਨੇ ਰਾਮ, ਕਿਸੇ ਨੇ ਕ੍ਰਿਸ਼ਨ ਜੀ ਕਹਿ ਕੇ ਵਰਣਨ ਕੀਤਾ, ਕਿਸੇ ਨੇ ਅੱਲਾ ਆਖਿਆ। ਸੋ ਸੰਸਾਰ ਤੋਂ ਪਰੇ ਦੀ ਜਿਹੜੀ ਸ਼ਕਤੀ ਹੈ, ਆਪਾਂ ਉਸ ਨੂੰ ਸਿੱਖ ਅਕਾਲ ਪੁਰਖ ਵਾਹਿਗੁਰੂ ਕਹਿੰਦੇ ਹਾਂ। ਉਸ ਪਰਮ ਸੱਤਾ ਦੇ ਚਰਨਾਂ ਵਿੱਚ ਸਹਾਇਤਾ ਦੇ ਲਈ ਇੱਕ ਆਸਾ ਕੀਤੀ ਜਾਂਦੀ ਹੈ, ਇੱਕ ਕਾਮਨਾ ਕੀਤੀ ਜਾਂਦੀ ਹੈ। ਸੋ ਇਹਨਾਂ ਨੂੰ ਮੰਗਲ ਆਖਿਆ ਜਾਂਦਾ, ਮੰਗਲਾਚਰਨ। ਔਰ ਮੰਗਲਾਚਰਨ 3 ਪ੍ਰਕਾਰ ਦੇ ਹੁੰਦੇ ਆ। ਇੱਕ ਹੈ ਵਸਤੂ ਨਿਰਦੇਸ਼ ਮੰਗਲ, ਦੂਸਰਾ ਹੈ ਆਸ਼ੀਰਵਾਦਮਾਤਮਕ ਮੰਗਲ, ਤੇ ਤੀਜਾ ਹੈ ਨਮਸਕਾਰਾਤਮਕ ਮੰਗਲ। ਇਹ 3 ਕਿਸਮਾਂ ਹਨ ਮੰਗਲਾਂ ਦੀਆਂ, ਮੰਗਲਾਚਰਨਾਂ ਦੀਆਂ। ਜਿਸ ਮੰਗਲਾਚਰਨ ਦੇ ਵਿੱਚ ਪਰਮਾਤਮਾ ਦੇ ਸਰਗੁਣ ਸਰੂਪ ਅਤੇ ਨਿਰਗੁਣ ਸਰੂਪ ਅਕਾਲ ਪੁਰਖ ਦਾ ਕੋਈ ਵੀ ਵਰਣਨ ਕੀਤਾ ਹੋਵੇ, ਗੁਣਾਂ ਦਾ ਵਰਣਨ, ਕੀਰਤੀ ਕੀਤੀ ਗਈ ਹੋਵੇ, ਮਹਿਮਾ ਕੀਤੀ ਗਈ ਹੋਵੇ, ਉਸ ਨੂੰ ਸਾਧ ਸੰਗਤ ਜੀ ਵਸਤੂ ਨਿਰਦੇਸ਼ ਮੰਗਲ ਆਖਿਆ ਜਾਂਦਾ ਹੈ। ਜਿਵੇਂ ਗੁਰਬਾਣੀ ਵਿੱਚ ਸਤਿਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇੱਕ ਮੰਗਲ ਉਚਾਰਨ ਕੀਤਾ ਹੈ, ਇੱਕ ਸ਼ਬਦ ਉਚਾਰਨ ਕੀਤਾ ਹੈ, ਸ਼ਲੋਕ, ਜਿਸ ਵਿੱਚ 3 ਪ੍ਰਕਾਰ ਦੇ ਮੰਗਲ ਸਤਿਗੁਰੂ ਜੀ ਨੇ ਉਚਾਰਨ ਕਰ ਦਿੱਤੇ ਹੈ, ਜਿਹੜਾ ਆਪਾਂ ਆਰੰਭਤਾ ਦੇ ਉੱਤੇ ਵੀ ਪੜ੍ਹਿਆ। ਡੰਡਾਉਤ ਬੰਧਨ ਅਨਕਬਾਰ ਸਰਬ ਕਲਾ ਸਮਰੱਥ, ਡੋਲਨ ਤੇ ਰਾਖੋ ਪ੍ਰਭੂ
ਨਾਨਕ ਦੇ ਕਰ ਹੱਥ। ਇਹਦੇ ਵਿੱਚ ਤਿੰਨੇ ਪ੍ਰਕਾਰ ਦੇ ਮੰਗਲ ਹੈ। ਵਸਤੂ ਨਿਰਦੇਸ਼ ਵੀ ਹੈ, ਨਮਸਕਾਰਾਤਮਕ ਵੀ ਹੈ ਤੇ ਆਸ਼ੀਰਵਾਦਾਤਮਕ ਵੀ ਹੈ। ਅਸੀਸ ਵੀ ਮੰਗੀ ਗਈ ਹੈ। ਉਹ ਮੰਗਲ ਜਿਹਦੇ ਵਿੱਚ ਅਸੀਸ ਮੰਗੀ ਜਾਵੇ, ਸਿਰ ਤੇ ਮਿਹਰ ਭਰਿਆ ਹੱਥ ਰੱਖਣ ਦੀ, ਕਾਰਜ ਦੀ ਨਿਰਵਿਘਨਤਾ ਸਹਿਤ ਸੰਪੂਰਨਤਾ ਦੇ ਲਈ ਬੇਨਤੀਆਂ ਕਰਕੇ ਅਸੀਸ ਮੰਗੀ ਜਾਵੇ, ਵਰ ਮੰਗਿਆ ਜਾਵੇ, ਆਸ਼ੀਰਵਾਦ ਮੰਗਿਆ ਜਾਵੇ, ਉਹਨੂੰ ਆਸ਼ੀਰਵਾਦਾਤਮਕ ਮੰਗਲ ਕਿਹਾ ਜਾਂਦਾ ਹੈ। ਤੇ ਤੀਜਾ ਪ੍ਰਕਾਰ ਦਾ ਜਿਹੜਾ ਮੰਗਲ ਹੈ ਉਹ ਹੈ ਨਮਸਕਾਰਾਤਮਕ, ਜਿਸ ਵਿੱਚ ਆਪਣੇ ਇਸ਼ਟ ਨੂੰ, ਆਪਣੇ ਵਾਹਿਗੁਰੂ ਨੂੰ, ਆਪਣੇ ਗੁਰੂ ਨੂੰ ਨਮਸਕਾਰ ਕੀਤੀ ਜਾਵੇ, ਉਹਨੂੰ ਨਮਸਕਾਰਾਤਮਕ ਮੰਗਲ ਕਹਿੰਦੇ ਹੈ। ਔਰ ਸਤਿਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਾਕਮਾਲ ਗੁਰਬਾਣੀ ਦਾ ਇਹ ਸ਼ਬਦ ਲਿਖਿਆ। ਤਿੰਨੇ ਪ੍ਰਕਾਰ ਦੇ ਮੰਗਲ ਇਸ ਸ਼ਲੋਕ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਦਰਜ ਕਰ ਦਿੱਤੇ ਆ, ਅੰਕਿਤ ਕਰ ਦਿੱਤੇ ਆ। ਸਤਿਗੁਰੂ ਜੀ ਉਚਾਰਨ ਕਰਦੇ ਆ, ਡੰਡੌਤ ਬੰਦਨ ਅਨਕਵਾਰ। ਨਮਸਕਾਰ ਕੀਤੀ ਜਾ ਰਹੀ ਹੈ ਨਾ, ਬੰਦਨਾ ਕੀਤੀ ਜਾ ਰਹੀ ਹੈ ਅਨੇਕਾਂ ਵਾਰ। ਇਹਦਾ ਮਤਲਬ ਇਹ ਨਮਸਕਾਰਾਤਮਕ ਮੰਗਲ ਹੋ ਗਿਆ। ਤੇ ਅੱਗੇ ਕਹਿੰਦੇ ਆ ਸਰਬ ਕਲਾ ਸਮਰੱਥ, ਜਿਹੜਾ ਸਰਬ ਸ਼ਕਤੀਆਂ ਦਾ ਮਾਲਕ ਹੈ, ਸਮਰੱਥਾਵਾਨ ਹੈ, ਸਾਰੀਆਂ ਸ਼ਕਤੀਆਂ ਜਿਸ ਵਿੱਚ ਹਨ। ਇਹ ਪ੍ਰਮਾਤਮਾ ਦੇ ਨਿਰਗੁਣ ਸਰੂਪ ਜਾਂ ਨਿਰਗੁਣ ਤੋਂ ਜੋ ਗੁਰੂ ਨਾਨਕ ਸਰੂਪ ਉਹਨਾਂ ਨੇ ਧਾਰਨ ਕੀਤਾ, ਸਰਗੁਣ ਸਰੂਪ ਹੋਏ ਹੈ, ਉਹਨਾਂ ਦੀ ਮਹਿਮਾ ਕੀਤੀ ਗਈ ਹੈ, ਉਹਨਾਂ ਦੇ ਗੁਣਾਂ ਦਾ ਕਥਨ ਕੀਤਾ ਗਿਆ ਹੈ। ਇਹਨੂੰ ਵਸਤੂ ਨਿਰਦੇਸ਼ ਮੰਗਲ ਆਖਿਆ ਜਾਂਦਾ ਹੈ। ਸਰਬ ਕਲਾ ਸਮਰੱਥ, ਉਹਦੇ ਗੁਣਾਂ ਦਾ ਵਰਣਨ ਕੀਤਾ ਗਿਆ, ਇਹ ਵਸਤੂ ਨਿਰਦੇਸ਼ ਹੈ। ਇਹਨੂੰ ਗੁਣਾਤਮਕ ਮੰਗਲ ਵੀ ਕਹਿੰਦੇ ਆ, ਵਸਤੂ ਨਿਰਦੇਸ਼ ਵੀ ਕਹਿੰਦੇ ਆ। ਡੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ। ਇੱਥੇ ਮੰਗ ਮੰਗੀ ਗਈ ਹੈ ਕਿ ਹੇ ਵਾਹਿਗੁਰੂ, ਮੈਨੂੰ ਇਹ ਅਸੀਸ ਬਖਸ਼, ਮੇਰੇ ਤੇ ਇਹ ਕਿਰਪਾ ਕਰ, ਮੈਨੂੰ ਡੋਲਣ ਤੋਂ ਰੱਖ ਲੈ, ਮੈਂ ਡੋਲਾਂ ਨਾ। ਤੂੰ ਮੇਰੋ ਮੇਰ ਪਰਵਤ ਸੁਆਮੀ, ਓਟ ਗਹੀ ਮੈਂ ਤੇਰੀ, ਨਾ ਤੁਮ ਡੁੱਲਹੋ ਨਾ ਹਮ ਗਿਰਤੇ, ਰੱਖ ਲੀਨੀ ਹਰ ਮੇਰੀ। ਆਪ ਜੀ ਮੇਰੀ ਲੱਜਿਆ ਰੱਖੋ, ਮੈਂ ਤੁਹਾਡੇ ਚਰਨਾਂ ਵਿੱਚ ਬੇਨਤੀ ਕਰ ਰਿਹਾ, ਅਰਦਾਸ ਕਰ ਰਿਹਾ, ਅਰਜ਼ ਕਰ ਰਿਹਾ ਹਾਂ, ਮੇਰੀ ਇਸ ਅਰਜ਼ ਨੂੰ ਮੰਨ ਲਓ। ਇਸ ਕਰਕੇ ਇਹ ਬੇਨਤੀ ਰੂਪ ਵਿੱਚ ਆਖਿਆ ਜਾ ਰਿਹਾ ਹੈ, ਨਮਸਕਾਰ ਕੀਤੀ ਜਾ ਰਹੀ ਹੈ ਔਰ ਆਸ਼ੀਰਵਾਦ ਮੰਗਿਆ ਜਾ ਰਿਹਾ ਹੈ। ਇਸ ਕਰਕੇ ਇਹ ਮੰਗਲ ਦਾ ਤੀਜਾ ਰੂਪ ਆਸ਼ੀਰਵਾਦਾਤਮਕ ਮੰਗਲ ਹੈ। ਤਿੰਨ ਪ੍ਰਕਾਰ ਦੇ ਮੰਗਲਾਚਰਨ ਸਾਧ ਸੰਗਤ ਜੀ ਇਹ ਧਰਮ ਗ੍ਰੰਥਾਂ ਦੇ ਵਿੱਚ ਮਿਲਦੇ ਆ। ਸੋ ਕਵੀ ਜੀ ਨੇ ਜਿਵੇਂ ਆਪਣੇ ਅੱਗੇ ਇਸ਼ਟ ਕਵੀ ਜੀ ਦੇ, ਕਿਉਂਕਿ ਅੰਮ੍ਰਿਤਧਾਰੀ ਸਿੰਘ ਹਨ, ਗੁਰੂ ਤੇ ਸ਼ਰਧਾ ਭਾਵਨਾ ਰੱਖਣ ਵਾਲੇ ਸਿੱਖ ਹਨ। ਚੂੜਾਮਣੀ ਕਵੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ, ਉਹਨਾਂ ਨੇ ਅੱਗੇ ਆਪਣੀ ਇਸ਼ਟਾ ਭਾਵਨਾ ਨੂੰ, ਆਪਣੇ ਇਸ਼ਟ ਦੇ ਉੱਤੇ ਸ਼ਰਧਾ ਨੂੰ ਜਣਾਇਆ ਹੈ। ਆਪਣੇ ਇਸ਼ਟ ਦੀ ਮਰਿਆਦਾ ਦਾ ਮੂਲ ਮੰਗਲ, ਆਪਣੇ ਇਸ਼ਟ ਦੀ, ਇਸ਼ਟ ਕਹਿੰਦੇ ਆ ਵੀ ਜਿਸ ਵਿੱਚ ਆਪਾਂ ਨਿਸ਼ਚਾ ਰੱਖਦੇ ਹੋਈਏ, ਸ਼ਰਧਾ ਰੱਖਦੇ ਹੋਈਏ, ਜਿਹਨੂੰ ਮੰਨਦੇ ਹੋਈਏ, ਉਹ ਸਾਡਾ ਇਸ਼ਟ ਹੁੰਦਾ ਹੈ। ਜਿਵੇਂ ਆਪਾਂ ਸਿੱਖ ਸਾਰੇ ਇੱਕ ਅਕਾਲ ਪੁਰਖ ਵਾਹਿਗੁਰੂ ਨੂੰ ਮੰਨਦੇ ਆ ਔਰ ਅਕਾਲ ਪੁਰਖ ਵਾਹਿਗੁਰੂ ਦਾ ਸਰੂਪ ਦਸਾਂ ਪਾਤਸ਼ਾਹੀਆਂ ਨੂੰ ਮੰਨਦੇ ਆ। ਤੇ ਦਸਾਂ ਪਾਤਸ਼ਾਹੀਆਂ ਦਾ ਸਰੂਪ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਮੰਨਦੇ ਆ। ਸਾਡੀ ਇਹ ਭਾਵਨਾ ਹੈ ਕਿ ਅਕਾਲ ਪੁਰਖ ਵਾਹਿਗੁਰੂ ਤੋਂ ਜਿਹੜੀ ਜੋਤ ਲੈ ਕੇ ਗੁਰੂ ਨਾਨਕ ਦੇਵ ਮਹਾਰਾਜ ਆਏ, ਉਹ ਜੋਤ ਦਸਾਂ ਪਾਤਸ਼ਾਹੀਆਂ ਵਿੱਚ ਵਰਤੀ ਤੇ ਦਸਵੇਂ ਪਾਤਸ਼ਾਹ ਨੇ ਉਹੀ ਜੋਤ ਹਜੂਰ ਸਾਹਿਬ ਦੀ ਧਰਤੀ ਉੱਤੇ ਧੰਨ ਧੰਨ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਵਿੱਚ ਟਿਕਾ ਦਿੱਤੀ। ਇਸ ਕਰਕੇ ਦਸੇ ਪਾਤਸ਼ਾਹੀਆਂ ਦਾ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਅਕਾਲ ਪੁਰਖ ਵਾਹਿਗੁਰੂ, ਇਹ ਸਾਡੇ ਸਿੱਖਾਂ ਦੇ ਇਸ਼ਟ ਹਨ। ਇਹ ਸਾਨੂੰ ਪਤਾ ਹੋਣਾ ਚਾਹੀਦਾ ਹੈ। ਕੋਈ ਪੁੱਛ ਲੇ ਤੁਹਾਡਾ ਇਸ਼ਟ ਕੌਣ ਹੈ, ਤੇ ਹੁਣ ਕਥਾ ਵਿੱਚੋਂ ਇੰਨੀ ਕੁ ਗੱਲ ਆਪਾਂ ਜ਼ਰੂਰ ਸਿੱਖ ਲਈਏ ਕਿ ਸਾਡਾ ਇਸ਼ਟ ਅਕਾਲ ਪੁਰਖ ਵਾਹਿਗੁਰੂ ਹੈ। ਵਾਹਿਗੁਰੂ ਸਰੂਪ ਦਸੇ ਪਾਤਸ਼ਾਹੀਆਂ ਹਨ। ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ, ਪ੍ਰਗਟ ਗੁਰਾਂ ਕੀ ਦੇਹ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਇਹ ਸਾਡੇ ਇਸ਼ਟ ਹਨ। ਆਪਣੇ ਇਸ ਇਸ਼ਟ ਦਾ, ਇਹਨਾਂ ਦਸਾਂ ਪਾਤਸ਼ਾਹੀਆਂ ਦਾ, ਅਕਾਲ ਪੁਰਖ ਵਾਹਿਗੁਰੂ ਦਾ ਜਿਵੇਂ ਕਵੀ ਜੀ ਨੇ ਮੰਗਲ ਉਚਾਰਨ ਕੀਤਾ ਹੈ, ਸੁਣੀਏ ਜੀ। ਦੋਹਰਾ ਏਕ ਓੰਕਾਰ ਸਤਿਗੁਰੂ। ਸੋ
ਉਹ ਅਕਾਲ ਪੁਰਖ ਵਾਹਿਗੁਰੂ ਜਿਹੜਾ ਇੱਕ ਓੰਕਾਰ ਸਰੂਪ ਹੈ, ਜਿਹਦਾ ਸਰੂਪ ਇੱਕ ਓੰਕਾਰ ਹੈ, ਜਿਹੜਾ ਇੱਕੋ ਇੱਕ ਹੈ, ਜਿਹਦੇ ਵਰਗਾ ਦੂਜਾ ਕੋਈ ਨਹੀਂ, ਅਦੁੱਤੀ ਹੈ ਤੇ ਵਿਆਪਕ ਹੈ ਸਾਰੇ ਜਗ੍ਹਾ ਦੇ ਉੱਤੇ। ਉਹੀ ਆਪ ਹੀ ਆਪਣਾ ਪਸਾਰ ਰਿਹਾ ਹੈ, ਸਾਰੇ ਜੀਵਾਂ ਵਿੱਚ ਆਪ ਹੀ ਵਰਤ ਰਿਹਾ ਹੈ। ਦੋਈ ਕੁਦਰਤ ਸਾਜੀ ਹੈ, ਕਰ ਆਸਣ ਡਿੱਠੋ ਚਾਓ। ਉਹਨੇ ਆਪਣੇ ਸਰੂਪ ਤੋਂ ਵੱਖਰੀ ਦੂਜੀ ਕੁਦਰਤ ਸਾਜ ਦਿੱਤੀ ਹੈ, ਪਰ ਇਹ ਕੁਦਰਤ ਨੂੰ ਸਾਜ ਕੇ ਆਪ ਇਹ ਤੋਂ ਨਿਰਾਲਾ ਨਹੀਂ। ਕਰ ਆਸਣ, ਵਿੱਚ ਹੀ ਆਸਣ ਲਾਇਆ ਹੋਇਆ ਉਹਨੇ, ਵਿੱਚ ਹੀ ਨਿਵਾਸ ਕਰਦਾ ਹੈ। ਸਾਰਿਆਂ ਘਟਾਂ ਦੇ ਵਿੱਚ ਉਹ ਵਾਹਿਗੁਰੂ ਪਰਮੇਸ਼ਰ ਵਸਦਾ ਹੈ, ਵਿਆਪਕ ਹੈ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਸਾਰਿਆਂ ਵਿੱਚ ਉਹ ਆਪ ਵਰਤਦਾ ਹੈ, ਸਾਰਿਆਂ ਵਿੱਚ ਵਿਆਪਕ ਹੈ। ਇਸ ਕਰਕੇ ਉਹਦਾ ਸਰੂਪ ਜਿਹੜਾ ਇੱਕ ਓੰਕਾਰ ਹੈ, ਉਹਨੂੰ ਇੱਕ ਓੰਕਾਰ ਦੇ ਸ਼ਬਦ ਦੇ ਨਾਲ ਸੰਬੋਧਨ ਕੀਤਾ ਹੈ। ਸੋ ਇਹ ਜਿਹੜੇ ਸ਼ਬਦ ਦੀ ਹੈ, ਇਸ ਮਰਿਆਦਾ ਦੇ ਮੰਗਲ ਦੀ ਜਿਹੜੀ ਵਿਆਖਿਆ ਵਿਸਥਾਰ ਦੇ ਵਿੱਚ ਆਪਾਂ ਕੱਲ੍ਹ ਨੂੰ ਸਰਵਣ ਕਰਾਂਗੇ। ਅੱਜ ਕਥਾ ਦੀ ਆਰੰਭਤਾ ਹੋ ਚੁੱਕੀ ਹੈ। ਕੱਲ੍ਹ ਨੂੰ ਆਪਾਂ ਇਹ ਜਿਹੜਾ ਏਕ ਓੰਕਾਰਾ ਸਤਿਗੁਰੂ ਤਿਹ ਪ੍ਰਸਾਦ ਸੱਚ ਹੋਏ, ਵਾਹਿਗੁਰੂ ਜੀ ਕੀ ਫਤਿਹ, ਵਿਘਨ ਵਿਨਾਸ਼ਨ ਸੋਏ, ਜਿਹੜਾ ਮੰਗਲ ਹੈ ਇਹਦੀ ਵਿਆਖਿਆ ਵੀ ਵਿਸਥਾਰ ਵਿੱਚ ਕਰ ਲਵਾਂਗੇ ਰਲ ਮਿਲ ਕੇ। ਤੇ ਨਾਲ ਉਸ ਤੋਂ ਪਹਿਲਾਂ ਆਪਾਂ ਕਵੀ ਜੀ ਦੇ ਬਾਰੇ ਵੀ ਜਾਣਾਂਗੇ, ਕਿੱਥੇ ਉਹਨਾਂ ਦਾ ਜਨਮ ਹੋਇਆ, ਕਿਹੜੇ ਸਾਲ ਦੇ ਵਿੱਚ ਹੋਇਆ, ਉਹਨਾਂ ਦੇ ਪਿਤਾ ਜੀ ਦਾ ਕੀ ਨਾਮ ਸੀ, ਉਹਨਾਂ ਦੀ ਮਾਤਾ ਜੀ ਦਾ ਕੀ ਨਾਮ ਸੀ, ਉਹਨਾਂ ਦੇ ਪਰਿਵਾਰਕ ਮੈਂਬਰ ਹੋਰ ਕੌਣ ਕੌਣ ਸਨ, ਉਹਨਾਂ ਦੀ ਧਰਮ ਪਤਨੀ ਕੌਣ ਸੀ, ਕਿੱਥੇ ਉਹਨਾਂ ਦਾ ਵਿਆਹ ਹੋਇਆ, ਕਿੱਥੇ ਉਹਨਾਂ ਦੀ ਜ਼ਮੀਨ ਜਾਇਦਾਦ ਸੀ, ਕਿਵੇਂ ਉਹਨਾਂ ਨੇ ਇਹ ਭਾਵਨਾ ਪ੍ਰਗਟ ਕੀਤੀ, ਮਨ ਦੇ ਵਿੱਚ ਉਹਨਾਂ ਦੇ ਖਿਆਲ ਆਇਆ ਕਿ ਮੈਂ ਇਹ ਗ੍ਰੰਥ ਲਿਖਾਂ। ਔਰ ਇਸ ਗ੍ਰੰਥ ਤੋਂ ਬਿਨਾਂ ਹੋਰ ਕਿਹੜੇ ਕਿਹੜੇ ਗ੍ਰੰਥ ਕਵੀ ਜੀ ਨੇ ਲਿਖੇ ਹੈ, ਕਿਉਂਕਿ ਸਾਨੂੰ ਕੋਈ ਪੁੱਛ ਲਵੇ ਵੀ ਤੁਸੀਂ ਜਿਹੜੀ ਕਥਾ ਨਿੱਤਾ ਪ੍ਰਤੀ ਸਰਵਣ ਕਰਦੇ ਹੋ ਇਹ ਕਿਹਦੀ ਲਿਖੀ ਹੋਈ ਹੈ, ਸਾਨੂੰ ਪਤਾ ਹੋਣਾ ਚਾਹੀਦਾ ਲੇਖਕ ਕੌਣ ਹੈ, ਲੇਖਕ ਦੇ ਬਾਰੇ ਉਹਦਾ ਵਿਅਕਤੀਤਵ ਕਿਸ ਤਰ੍ਹਾਂ ਦਾ ਉਹਦਾ ਜੀਵਨ ਬਿਉਰਾ, ਇਹ ਸਭ ਕੁਝ ਆਪਾਂ ਨੂੰ ਵਿਸਥਾਰ ਵਿੱਚ ਪਤਾ ਹੋਣਾ ਚਾਹੀਦਾ। ਇਹਨੂੰ ਵਿਸਥਾਰ ਵਿੱਚ ਜਾਣਨ ਦੇ ਲਈ ਆਪਾਂ ਕੱਲ੍ਹ ਦੇ ਦੀਵਾਨ ਦੇ ਵਿੱਚ ਇਹ ਕਥਾ ਫਿਰ ਅੱਗੇ ਜਾਰੀ ਕਰਾਂਗੇ। ਜਿਵੇਂ 15 ਮੰਗਲ ਕਵੀ ਜੀ ਨੇ ਪਹਿਲਾਂ ਲਿਖਿਆ, ਪਹਿਲਾਂ ਆਪਾਂ 15 ਮੰਗਲਾਂ ਦੀ ਕਥਾ ਇਹਨਾਂ ਦੇ ਅਰਥ ਕਰਾਂਗੇ। ਉਸ ਤੋਂ ਬਾਅਦ ਜਿਵੇਂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਇਤਿਹਾਸ ਆਰੰਭ ਹੋਵੇਗਾ। ਸੋ ਆਪਾਂ ਸਮੇਂ ਦੇ ਮੁਤਾਬਕ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨਗੇ, ਆਪ ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਸੇਵਾਵਾਂ ਲੈਣਗੇ। ਆਪਾਂ ਅੱਗੇ ਇਹ ਕਥਾ ਇਸੇ ਤਰ੍ਹਾਂ ਜਾਰੀ ਰੱਖਾਂਗੇ। ਗਰੀਬ ਨਿਵਾਜ ਸੱਚੇ ਪਾਤਸ਼ਾਹ ਕਿਰਪਾ ਕਰਨ, ਸਮੱਤ ਬਖਸ਼ਣ, ਸਮਰੱਥਾ ਬਖਸ਼ਣ। ਆਓ ਬੜੇ ਪਿਆਰ ਦੇ ਨਾਲ ਆਪਾਂ ਇਹ ਤੁਕਾਂ ਪੜ੍ਹ ਕੇ ਤੇ ਫਿਰ ਆਪਾਂ ਜਿਵੇਂ ਮਰਿਆਦਾ ਦੇ ਮੁਤਾਬਕ ਸ਼ਬਦ ਪੜ੍ਹਿਆ ਜਾਂਦਾ ਹੈ, ਉਸ ਤੋਂ ਬਾਅਦ ਫਿਰ ਆਪਾਂ ਰਲ ਮਿਲ ਕੇ ਸਾਰੇ ਅਰਦਾਸ ਦੇ ਵਿੱਚ ਹਾਜ਼ਰੀ ਲਵਾਵਾਂਗੇ। ਰਹਿਰਾਸ ਸਾਹਿਬ ਦੇ ਪਾਠ ਔਰ ਕੀਰਤਨ ਦੀ ਸਮਾਪਤੀ ਦੀ ਜਿਹੜੀ ਅਰਦਾਸ ਪਹਿਲਾਂ ਹੋ ਚੁੱਕੀ ਹੈ, ਹੁਣ ਕੇਵਲ ਕਥਾ ਦੀ ਸਮਾਪਤੀ ਦੀ ਅਰਦਾਸ ਤੇ ਸਤਿਗੁਰੂ ਜੀ ਦੇ ਸੁੱਖ ਆਸਣ ਦੀ ਅਰਦਾਸ ਬੇਨਤੀ ਹੋਵੇਗੀ। ਆਓ ਸਾਰੀਆਂ ਸੰਗਤਾਂ ਸਮਾਪਤੀ ਵਿੱਚ ਸ਼ਾਮਲ ਹੋਈਏ ਜੀ। ਏਕ ਓੰਕਾਰਾ ਸਤਿਗੁਰੂ ਤਿਹ ਪ੍ਰਸਾਦ ਸੱਚ ਹੋਏ, ਵਾਹਿਗੁਰੂ ਕੀ ਫਤਿਹ, ਵਿਘਨ ਵਿਨਾਸ਼ਨ ਸੋਏ। हे गोविंद हे गोपाल हे दयाल लाल, प्राणनाथ अनाथ सखे दीन दर्द निवार। हे समर्थ आगम पूरन मोहे मया तार। अंधकूप महापयान नानक पार उतार। आए प्रभ शरणागति कृपा निध दयाल। एक अखर हर मन बसत नानक होत निहाल। वाहिगुरु जी का खालसा, वाहिगुरु जी की